जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 5ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਰੇਨਬੋ, ਉਸ ਦਾ ਲੈਸਨ ਨੰਬਰ 8 ਅ ਗਲਿੰਪਸ ਫਰੋਮ ਹਿਸਟਰੀ। ਹਿਸਟਰੀ ਦਾ ਮਤਲਬ ਹੁੰਦਾ ਹੈ ਇਤਿਹਾਸ, ਬੀਤਿਆ ਹੋਇਆ ਸਮਾਂ ਜੋ ਹੈ ਉਹ 'ਚ ਜੋ ਘਟਨਾਵਾਂ ਹੋਈਆਂ ਹਨ, ਜਿਹੜੇ ਪਾਤਰ ਹੋਏ ਹਨ। ਅਤੇ ਗਲਿੰਪਸ ਦਾ ਮਤਲਬ ਹੁੰਦਾ ਹੈ ਝਾਂਕੀ ਕਹਿ ਲਓ, ਝਾਤ ਕਹਿ ਲਓ, ਝਲਕੀ ਕਹਿ ਲਓ। ਇਹ ਤਿੰਨ ਅੱਖਰ ਅਸੀਂ ਵਰਤ ਸਕਦੇ ਹਾਂ, ਤਿੰਨ ਸ਼ਬਦ ਵਰਤ ਸਕਦੇ ਹਾਂ ਗਲਿੰਪਸ ਵਾਸਤੇ: ਝਾਂਕੀ, ਝਾਤ, ਝਲਕ ਜਾਂ ਨਜ਼ਰ। ਇੱਕ ਓਪਰੀ ਮਤਲਬ ਕਿ ਸੰਖੇਪ ਦੇ ਵਿੱਚ ਨਜ਼ਰ ਮਤਲਬ ਓਪਰੀ। ਆ ਗਲਿੰਪਸ ਫਰੋਮ ਹਿਸਟਰੀ। ਇਸ ਸਬਕ ਦੀ ਰੀਡਿੰਗ ਅਤੇ ਟਰਾਂਸਲੇਸ਼ਨ, ਇਸ ਸਬਕ ਨੂੰ ਪੜ੍ਹਨਾ ਅਤੇ ਉਹਦਾ ਉਲਥਾ, ਉਹਦਾ ਤਰਜਮਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਆਪਣੀ ਨੋਟਬੁੱਕ ਲੈ ਲਓ, ਨਾਲ ਪੈਨ ਲੈ ਲਓ। ਜਿਹੜੇ ਸ਼ਬਦ ਅਤੇ ਸ਼ਬਦ ਜੋੜ ਜਿਨ੍ਹਾਂ ਦੇ ਅਰਥ ਤੁਹਾਨੂੰ ਦੱਸੇ ਜਾਣਗੇ, ਤੁਸੀਂ ਉਹ ਅਰਥਾਂ ਨੂੰ ਨਾਲ ਦੇ ਨਾਲ ਨੋਟ ਕਰੀ ਜਾਣਾ ਹੈ। ਠੀਕ ਹੈ, ਆਓ ਅੱਗੇ ਚਲੀਏ। ਹੁਣ ਸ਼ੁਰੂ ਕਰੀਏ। The year 1857 was not an ordinary year. ईयर मैंने साल, ऑर्डिनरी मैंने साधारण या आम, ऑर्डिनरी ईयर मैंने साधारण साल या आम साल। नॉट एन ऑर्डिनरी ईयर, आम साधारण साल नहीं। ਕਿਹੜਾ? 1857। ਅਰਥਾਤ 1857 ਦਾ ਸਾਲ ਕੋਈ ਆਮ ਸਾਲ ਨਹੀਂ ਸੀ, ਸਧਾਰਨ ਸਾਲ ਨਹੀਂ ਸੀ। ਅਰਥਾਤ ਇਸ ਸਾਲ ਵਿੱਚ ਕੁਝ ਖਾਸ ਵਾਪਰਿਆ ਸੀ। ਠੀਕ ਹੈ। ਦੀ ਪੀਪਲ ਆਫ ਇੰਡੀਆ ਮਤਲਬ ਕਿ ਭਾਰਤ ਦੇ ਲੋਕ, ਐਵਰੀਵੇਅਰ ਹਰ ਥਾਂ, ਵਰ ਸੀਗੇ, ਐਂਗਰੀ ਗੁੱਸੇ 'ਚ, ਹਰ ਥਾਂ ਭਾਰਤ ਦੇ ਲੋਕ ਗੁੱਸੇ ਸੀ। ਠੀਕ ਹੈ। ਕਿਸ ਗੱਲ ਤੋਂ ਗੁੱਸੇ ਸੀ? ਵਿਦ ਦੀ ਬ੍ਰਿਟਿਸ਼ ਰੂਲ। ਬ੍ਰਿਟਿਸ਼ ਮੈਨੇ ਜਿਹੜੇ ਲੋਕ ਬ੍ਰਿਟੇਨ ਦੇ ਰਹਿਣ ਵਾਲੇ ਨੇ, ਜਿਹਨਾਂ ਨੂੰ ਅਸੀਂ ਆਮ ਤੌਰ 'ਤੇ ਆਪਣੀ ਪੰਜਾਬੀ 'ਚ ਅੰਗਰੇਜ਼ ਕਹਿ ਦਿੰਦੇ ਹਾਂ। ਠੀਕ ਹੈ। ਸੋ ਬ੍ਰਿਟਿਸ਼ ਬੱਚੋ ਜਿਹੜਾ ਦੇਸ਼ ਹੈਗਾ, ਜਿਹਨੂੰ ਅਸੀਂ ਵਿਲਾਇਤ ਵੀ ਕਹਿ ਦਿੰਦੇ ਹਾਂ, ਲੰਡਨ ਵੀ ਕਹਿ ਦਿੰਦੇ ਹਾਂ, ਇਹ ਹੈਗਾ ਗ੍ਰੇਟ ਬ੍ਰਿਟੇਨ। ਗ੍ਰੇਟ ਬ੍ਰਿਟੇਨ 'ਚ 4 ਕਾਉਂਟੀਆਂ ਨੇ, 4 ਸਟੇਟ ਨੇ। ਉਹ 'ਚੋਂ ਇੱਕ ਇੰਗਲੈਂਡ ਹੈਗਾ, ਜਿਹਦੀ ਰਾਜਧਾਨੀ ਲੰਡਨ ਹੈਗੀ ਹੈ। ਫਿਰ ਇੱਕ ਸਕਾਟਲੈਂਡ ਹੈਗਾ, ਫਿਰ ਇੱਕ ਆਇਰਲੈਂਡ ਹੈਗਾ, ਇੱਕ ਵੇਲਸ ਹੈਗਾ। ਠੀਕ ਹੈ। ਸੋ ਸਾਰਿਆਂ ਨੂੰ ਮਿਲਾ ਕੇ ਅਸੀਂ ਕਹਿ ਦਿੰਦੇ ਹਾਂ ਗ੍ਰੇਟ ਬ੍ਰਿਟੇਨ, ਜਾਂ ਯੂਕੇ ਵੀ ਕਹਿ ਦਿੰਦੇ, ਯੂਨਾਈਟਿਡ ਕਿੰਗਡਮ। ਉਹ 'ਚ ਨਾਰਦਰਨ ਆਇਰਲੈਂਡ ਵੀ ਆ ਜਾਂਦਾ। ਠੀਕ ਹੈ। ਸੋ ਬ੍ਰਿਟਿਸ਼ ਇੱਕ ਕਿਸਮ ਦਾ ਹੋ ਗਿਆ ਉਹਦਾ ਵਿਸ਼ੇਸ਼ਣ। ਜਿਹੜੇ ਬ੍ਰਿਟੇਨ ਦੇ ਰਹਿਣ ਵਾਲੇ ਬ੍ਰਿਟਿਸ਼, ਉਹਨਾਂ ਦਾ ਰਾਜ। ਸੋ ਗੋਰੇ ਸੀ ਇੱਥੇ ਬ੍ਰਿਟੇਨ ਲੋਕ, ਬ੍ਰਿਟੇਨ ਦੇ ਲੋਕ ਇੱਥੇ ਉਹਨਾਂ ਨੇ ਆ ਕੇ ਰਾਜ ਕੀਤਾ ਹੈ ਨਾ। ਸੋ ਉਹਨਾਂ ਦਾ ਜੋ ਰਾਜ ਸੀ ਉਹਨੂੰ ਕਿਹਾ ਜਾਂਦਾ ਬ੍ਰਿਟਿਸ਼ ਰੂਲ। ਠੀਕ ਹੈ। ਅਤੇ ਪੰਜਾਬੀ 'ਚ ਕਹਿ ਦਿੰਦੇ ਹਾਂ ਅੰਗਰੇਜ਼ਾਂ ਦਾ ਰਾਜ। ਸੋ ਉਸ ਰਾਜ ਤੋਂ ਉਹ ਗੁੱਸੇ ਸੀ। ਦੇ ਵਰ ਐਂਗਰੀ ਵਿਦ ਦੀ ਬ੍ਰਿਟਿਸ਼ ਰੂਲ। ਰੂਲ ਮੈਨੇ ਹੁੰਦਾ ਹੈ ਰਾਜ। ਠੀਕ ਹੈ। ਸੋ ਅੰਗਰੇਜ਼ਾਂ ਦੇ ਰਾਜ ਨਾਲ ਗੁੱਸੇ ਸੀ ਹਰ ਥਾਂ ਭਾਰਤ ਦੇ ਲੋਕ। ਦੇ ਵਰ ਬਰਨਿੰਗ ਵਿਦ ਅ ਡਿਜ਼ਾਇਰ। ਡਿਜ਼ਾਇਰ, ਬਰਨ, ਵੈਸੇ ਬਰਨ ਦਾ ਆਖਰੀ ਅਰਥ ਹੁੰਦਾ ਹੈ ਸੜਨਾ, ਜਲਣਾ, ਪਰ ਇਹ ਮੁਹਾਵਰਾ ਹੈ ਅੰਗਰੇਜ਼ੀ ਦਾ। ਬਰਨ, ਟੂ ਬਰਨ ਵਿਦ ਅ ਡਿਜ਼ਾਇਰ ਮੈਨੇ ਕਿਸੇ ਇੱਛਾ ਦਾ ਬੜਾ ਪ੍ਰਬਲ ਹੋਣਾ, ਬੜੀ ਤੀਵਰ ਇੱਛਾ ਹੋਣੀ। ਠੀਕ ਹੈ। ਸੋ ਦੇ ਵਰ ਬਰਨਿੰਗ ਵਿਦ ਅ ਡਿਜ਼ਾਇਰ ਮਤਲਬ ਕਿ ਉਹਨਾਂ ਵਿੱਚ ਤੀਵਰ ਇੱਛਾ ਸੀ। ਬਰਨਿੰਗ ਵਿਦ ਅ ਡਿਜ਼ਾਇਰ, ਡਿਜ਼ਾਇਰ ਮੈਨੇ ਦੀ ਚਾਹ, ਇੱਛਾ, ਅਤੇ ਬਰਨਿੰਗ ਵਿਦ ਡਿਜ਼ਾਇਰ ਉਸ ਇੱਛਾ ਦਾ ਬੜਾ ਪ੍ਰਬਲ ਹੋ ਜਾਣਾ। ਤਦ ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਹਾਂ ਟੂ ਬਰਨ ਵਿਦ ਅ ਡਿਜ਼ਾਇਰ, ਅਰਥਾਤ ਉਸ ਇੱਛਾ ਦਾ ਬਹੁਤ ਹਾਵੀ ਹੋ ਜਾਣਾ। ਠੀਕ ਹੈ। ਦੇ ਵਰ ਬਰਨਿੰਗ ਵਿਦ ਅ ਡਿਜ਼ਾਇਰ, ਉਹਨਾਂ 'ਚ ਤੀਵਰ ਇੱਛਾ ਸੀ। ਕਾਹਦੀ ਇੱਛਾ ਸੀ? ਟੂ ਥਰੋ। ਥਰੋ ਮੈਨੇ ਚੱਕ ਕੇ ਸੁੱਟਣਾ। ਥਰੋ ਹੁੰਦਾ ਜਿੱਦਾਂ ਇਹ ਬੰਦਾ ਗੇਂਦ ਸੁੱਟਦਾ, ਮੈਂ ਕਹਿੰਦਾ ਮੇਕ ਅ ਥਰੋ, ਚੱਲ ਗੇਂਦ ਸੁੱਟ। ਸੋ ਇੱਕ ਹੁੰਦਾ ਓਵਰ ਥਰੋ, ਮਤਲਬ ਤਖਤ ਪਲਟਾ ਕਰਨਾ। ਥਰੋ ਮੈਨੇ ਸੁੱਟਣਾ। ਕਿਹਨੂੰ ਸੁੱਟਣਾ? ਦੀ ਬ੍ਰਿਟਿਸ਼ ਰੂਲਰਸ ਆਊਟ ਆਫ ਇੰਡੀਆ। ਹੁਣ ਰੂਲਰ ਹੋ ਗਿਆ ਰਾਜ ਕਰਨ ਵਾਲੇ। ਰੂਲ ਮੈਨੇ ਰਾਜ, ਅਤੇ ਰੂਲਰ ਮੈਨੇ ਰਾਜ ਕਰਨ ਵਾਲਾ। ਕਿਹੜੇ ਰਾਜ ਕਰਨ ਵਾਲੇ ਸੀ? ਬ੍ਰਿਟਿਸ਼। ਅੰਗਰੇਜ਼ ਸ਼ਾਸਕ ਰਾਜ ਕਰਨ ਵਾਲੇ। ਆਊਟ ਆਫ ਇੰਡੀਆ, ਕਿੱਥੇ ਸੁੱਟਣਾ? ਇੰਡੀਆ ਤੋਂ ਬਾਹਰ ਸੁੱਟਣਾ। ਇਹ ਉਹਨਾਂ ਦੀ ਤੀਵਰ ਇੱਛਾ ਸੀ। ਅੰਗਰੇਜ਼ ਸ਼ਾਸਕਾਂ ਨੂੰ ਭਾਰਤ 'ਚੋਂ ਬਾਹਰ ਸੁੱਟਣ ਲਈ ਉਹਨਾਂ 'ਚ ਤੀਵਰ ਇੱਛਾ ਸੀ। ਦੇ ਵਰ ਬਰਨਿੰਗ ਵਿਦ ਅ ਡਿਜ਼ਾਇਰ ਟੂ ਥਰੋ ਦੀ ਬ੍ਰਿਟਿਸ਼ ਰੂਲਰਸ ਆਊਟ ਆਫ ਇੰਡੀਆ। ਉਹਨਾਂ 'ਚ ਬੜੀ ਤੀਵਰ ਇੱਛਾ ਸੀ, ਪ੍ਰਬਲ ਇੱਛਾ ਸੀ, ਚਾਹ ਸੀ ਕਿ ਅਸੀਂ ਇਹ ਗੋਰੇ ਰਾਜ ਕਰਨ ਵਾਲਿਆਂ ਨੂੰ ਸੁੱਟ ਦਈਏ। ਕਿੱਥੇ ਸੁੱਟ ਦਈਏ? ਆਊਟ ਆਫ ਇੰਡੀਆ, ਭਾਰਤ ਤੋਂ ਬਾਹਰ ਸੁੱਟ ਦਈਏ।
ਤੇ ਸੁੱਟ ਕੇ ਕੀ ਕਰੀਏ ਐਂਡ ਅਤੇ ਅਟੇਨ। ਅਟੇਨ ਦਾ ਮਤਲਬ ਹੁੰਦਾ ਪ੍ਰਾਪਤ ਕਰਨਾ। ਠੀਕ ਹੈ, ਕੀ ਪ੍ਰਾਪਤ ਕਰਨ ਲਈ ਇੰਡੀਪੈਂਡੈਂਸ। ਇਹਨੂੰ ਕਹਾਂਗੇ ਇੰਡੀਪੈਂਡੈਂਸ। ਇੰਡੀਪੈਂਡੈਂਸ ਹੁੰਦਾ ਆਜ਼ਾਦੀ, ਆਜ਼ਾਦੀ। ਤੇ ਜੇ ਮੈਂ ਕਹਿ ਦੇਵਾਂ ਇੰਡੀਪੈਂਡੈਂਟ, ਇੱਥੇ ਟੀ ਕਰ ਦੇਵਾਂ, ਇਹ ਹਟਾ ਦੇਵਾਂ, ਫਿਰ ਹੋ ਜਾਏਗਾ ਆਜ਼ਾਦ। ਠੀਕ ਹੈ, ਜਿੱਦਾਂ ਮੈਂ ਕਹਾਂ ਆਈ ਐਮ ਇੰਡੀਪੈਂਡੈਂਟ, ਮੈਂ ਆਜ਼ਾਦ ਹਾਂ। ਆਈ ਐਮ ਅ ਪਰਸਨ ਆਫ ਇੰਡੀਪੈਂਡੈਂਟ ਥਿੰਕਿੰਗ, ਮੈਂ ਆਜ਼ਾਦ ਸੋਚ ਦਾ ਮਾਲਕ ਹਾਂ। ਵੀ ਸ਼ੁੱਡ ਆਲ ਬੀ ਇੰਡੀਪੈਂਡੈਂਟ, ਸਾਨੂੰ ਸਾਰਿਆਂ ਨੂੰ ਆਜ਼ਾਦ ਹੋ ਕੇ ਵਿਚਰਨਾ ਚਾਹੀਦਾ ਹੈ। ਸੋ ਬੱਚੋ, ਰਾਜ ਦੇ ਅਧੀਨ ਤੇ ਕਦੀ ਵੀ ਨਹੀਂ ਹੋਣਾ ਚਾਹੀਦਾ। ਗੱਲ ਸਿਰਫ ਗੋਰਿਆਂ ਦਾ ਰਾਜ ਨਹੀਂ ਹੈਗਾ, ਈਵਨ ਇੰਡੀਆ ਵਿੱਚ ਵੀ ਅਸੀਂ ਕਈ ਵਾਰ ਕੀ ਕਰਦੇ ਹਾਂ, ਜਿਹੜੇ ਆਪਣੇ ਇੰਡੀਅਨ ਸ਼ਾਸਕ ਨੇ ਉਹ ਵੀ ਇਹੀ ਹਰਕਤਾਂ ਕਰਦੇ ਨੇ ਜੋ ਬ੍ਰਿਟਿਸ਼ ਸ਼ਾਸਕ ਕਰਦੇ ਸੀਗੇ, ਉਹ ਵੀ ਜ਼ੁਲਮ ਕਰਦੇ ਨੇ। ਅਸੀਂ ਦੇਖਦੇ ਹਾਂ ਪੁਲਿਸ ਵਾਲੇ ਅਫਸਰਸ਼ਾਹੀ, ਜੇ ਕਈ ਵਾਰ FIR ਹੁੰਦੀ ਹੈ, ਉਹ 'ਚ ਵਿਤਕਰਾ ਹੁੰਦਾ ਹੈ, ਪੈਸੇ ਲੈ ਕੇ ਵੀ FIR ਲਿਖੀ ਜਾਂਦੀ ਹੈ, ਕਿਸੇ ਲੀਡਰ ਦੇ ਕਹਿਣ 'ਤੇ FIR ਲਿਖ ਦਿੱਤੀ ਜਾਂਦੀ ਹੈ, ਕਿਸੇ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਆਪਣੇ ਨਿੱਜੀ ਕਿੜ ਕੱਢਣ ਲਈ ਵੀ ਪੁਲਿਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਸਾਨੂੰ ਇੰਡੀਪੈਂਡੈਂਟ ਸੋਚ ਤੇ ਹਮੇਸ਼ਾ ਹੀ ਰੱਖਣੀ ਚਾਹੀਦੀ। ਰਾਜ ਭਾਵੇਂ ਜਿਹਦਾ ਮਰਜ਼ੀ ਹੋਵੇ, ਚਾਹੇ ਬ੍ਰਿਟਿਸ਼ ਦਾ ਹੋਵੇ ਚਾਹੇ ਇੰਡੀਅਨਸ ਦਾ ਹੋਵੇ, ਜਿਹਦਾ ਮਰਜ਼ੀ ਹੋਵੇ। ਸੋ ਆਪਣੀ ਆਜ਼ਾਦੀ, ਆਜ਼ਾਦ ਅਣਖ ਜਿਹੜੀ ਹੈ ਉਹ ਕਾਇਮ ਰੱਖਣੀ ਚਾਹੀਦੀ ਹੈ। ਸੋ ਉਸ ਵੇਲੇ ਉਹਨਾਂ ਦੀ ਅਣਖ ਦਾਅ 'ਤੇ ਲੱਗੀ ਹੋਈ ਸੀਗੀ, ਜਿਹੜੇ ਬ੍ਰਿਟਿਸ਼ ਲੋਕ ਸੀ ਜ਼ੁਲਮ ਕਰ ਰਹੇ ਸੀ। ਸੋ ਦੇ ਵਰ ਬਰਨਿੰਗ ਵਿਦ ਦ ਡਿਜ਼ਾਇਰ ਟੂ ਥਰੋ ਦੀ ਬ੍ਰਿਟਿਸ਼ ਰੂਲਰਸ ਆਊਟ ਆਫ ਇੰਡੀਆ ਐਂਡ ਅਟੇਨ ਇੰਡੀਪੈਂਡੈਂਸ। ਠੀਕ ਹੈ, ਅਤੇ ਆਜ਼ਾਦੀ ਪ੍ਰਾਪਤ ਕਰਨ ਲਈ। ਹੁਣ ਆਜ਼ਾਦੀ ਦਾ ਮਤਲਬ ਕਿ ਵੋਟਾਂ ਦੇਣ ਦੀ ਆਜ਼ਾਦੀ ਨਹੀਂ ਹੁੰਦੀ। ਆਜ਼ਾਦੀ ਦਾ ਮਤਲਬ ਹੁੰਦਾ ਤੁਸੀਂ ਆਪਣੀ ਗੱਲ ਨਿਡਰ ਹੋ ਕੇ ਕਹਿ ਸਕੋ। ਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਆਜ਼ਾਦ ਦੇਸ਼ਾਂ ਵਿੱਚ ਵੀ ਕਈ ਵਾਰ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਲੱਗ ਜਾਂਦੇ ਨੇ, ਜਿਹੜੇ ਮਨੁੱਖੀ ਹੱਕਾਂ ਦੇ ਖਾਤਰ ਲੜਦੇ ਨੇ ਉਹਨਾਂ ਦੇ ਖਿਲਾਫ ਆਪਣੀ ਹੀ ਸਰਕਾਰਾਂ ਜਿਹੜੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਇੰਡੀਆ ਦੀ ਸਰਕਾਰ ਹੈ, ਉਹੀ ਉਹ ਮੁਕੱਦਮੇ ਕਰ ਦਿੰਦੀ ਹੈ। ਸੋ ਇਹ ਜਿਹੜੀ ਚੀਜ਼ਾਂ ਦਾ ਜਿਹੜਾ ਖਿਆਲ ਹੈ ਸਾਨੂੰ ਰੱਖਣਾ ਚਾਹੀਦਾ। ਸੋ ਇਹ ਕੀ ਸੀਗਾ ਜਜ਼ਬਾ, ਠੀਕ ਹੈ, ਉਹ ਕਿਉਂ ਸੀ, ਆਓ ਅੱਗੇ ਚਲੀਏ। ਓਕੇ, ਦੀ ਬ੍ਰਿਟਿਸ਼ ਗਵਰਨਮੈਂਟ ਵਾਜ਼ ਵੈਰੀ ਪਾਵਰਫੁਲ। ਜਿਹੜੀ ਬ੍ਰਿਟਿਸ਼ ਗਵਰਨਮੈਂਟ ਤੇ ਸਾਰੀਆਂ ਪਾਵਰਫੁਲ ਹੁੰਦੀਆਂ, ਇਹ ਗੱਲ ਤੇ ਬੜੀ ਅਜੀਬੋ-ਗਰੀਬ ਲੱਗਦੀ। ਬ੍ਰਿਟਿਸ਼ ਗਵਰਨਮੈਂਟ ਕਿਉਂ, ਸਾਰੀਆਂ ਗਵਰਨਮੈਂਟ, ਅਮਰੀਕਨ ਗਵਰਨਮੈਂਟ ਇਜ਼ ਆਲਸੋ ਵੈਰੀ ਪਾਵਰਫੁਲ, ਇੰਡੀਅਨ ਗਵਰਨਮੈਂਟ ਇਜ਼ ਆਲਸੋ ਵੈਰੀ ਪਾਵਰਫੁਲ। ਕਿਉਂ, ਗਵਰਨਮੈਂਟ ਕੋਲ ਪੁਲਿਸ ਹੁੰਦੀ ਹੈ, ਅਫਸਰਸ਼ਾਹੀ ਹੁੰਦੀ ਹੈ। ਹੁਣ ਅਸੀਂ ਦੇਖਦੇ ਹਾਂ CBI, ED ਸਾਰੀਆਂ ਤੇ ਗਵਰਨਮੈਂਟ ਦੇ ਹਿਸਾਬ ਨਾਲ ਹੀ ਕੰਮ ਕਰਦੀਆਂ। ਸੋ ਬ੍ਰਿਟਿਸ਼ ਗਵਰਨਮੈਂਟ ਵਾਜ਼ ਵੈਰੀ ਪਾਵਰਫੁਲ। ਉਹ ਜਿਹੜੀ ਬ੍ਰਿਟਿਸ਼ ਸਰਕਾਰ ਸੀ ਬੜੀ ਤਾਕਤਵਰ ਸੀ। ਬਟ ਦਿਸ ਡਿਡ ਨਾਟ ਡਿਸਕਰੇਜ ਦੀ ਫਾਈਟਰਸ ਆਫ ਫਰੀਡਮ, ਫਾਈਟਰਸ ਫॉर ਫਰੀडम। ਬਟ ਦਿਸ, ਇਸ ਗੱਲ ਨੇ, ਕਿਹੜੀ ਗੱਲ ਨੇ, ਕਿ ਉਹ ਲੋਕ ਬੜੇ ਤਾਕਤਵਰ ਸੀ, ਪਰ ਇਸ ਗੱਲ ਨੇ ਆਜ਼ਾਦੀ ਦੇ ਮਤਵਾਲਿਆਂ ਦਾ, ਮਤਲਬ ਕਿ ਫਰੀडम ਮੈਨੇ ਆਜ਼ਾਦੀ, ਫਾਈਟਰ ਮੈਨੇ ਆਜ਼ਾਦੀ ਦੇ, ਮਤਲਬ ਫਾਈਟਰਸ ਫॉर ਫਰੀडम, ਆਜ਼ਾਦੀ ਲਈ ਲੜਨ ਵਾਲਿਆਂ ਦਾ, ਆਜ਼ਾਦੀ ਦੇ ਮਤਵਾਲਿਆਂ ਦਾ ਹੌਸਲਾ ਨਹੀਂ ਘਟਾਇਆ। ਡਿਸਕਰੇਜ ਹੁੰਦਾ ਬੱਚਿਓ, ਹੌਸਲਾ ਹਾਰ ਜਾਣਾ, ਦਿਲ ਹਾਰ ਜਾਣਾ, ਘਬਰਾ ਜਾਣਾ। ਤੇ ਇਹ ਗੱਲ ਵੀ ਉਹ ਬੜੀ ਤਾਕਤਵਰ ਹੈ ਬ੍ਰਿਟਿਸ਼ ਗਵਰਨਮੈਂਟ, ਹੈ ਨਾ। ਇਸ ਗੱਲ ਨੇ ਜਿਹੜੇ ਆਜ਼ਾਦੀ ਦੇ ਮਤਵਾਲੇ ਸੀ ਉਹਨਾਂ ਦੇ ਹੌਸਲੇ ਨੂੰ ਘਟਾਇਆ ਨਹੀਂ। ਠੀਕ ਹੈ, ਦੇ ਵਰ ਆਊਟ ਔਨ ਦੀ ਪਾਥ ਆਫ ਰਿਵੋਲਟ। ਰਿਵੋਲਟ ਹੁੰਦਾ ਬੱਚਿਓ ਬਗਾਵਤ, ਸਟਰਗਲ ਹੁੰਦਾ ਹੈ ਸੰਘਰਸ਼, ਤੇ ਵਾਰ ਹੁੰਦਾ ਜੰਗ। ਉਹ ਤੇ ਜਿਹੜੇ ਫਾਈਟਰ ਸੀਗੇ, ਜਿਹੜੇ ਆਜ਼ਾਦੀ ਦੇ ਮਤਵਾਲੇ ਸੀ, ਉਹ ਬਗਾਵਤ, ਸੰਘਰਸ਼ ਅਤੇ ਜੰਗ ਦੇ ਰਾਹ ਤੇ ਪਏ ਹੋਏ ਸੀ। ਠੀਕ ਹੈ, ਆਓ ਅੱਗੇ ਚਲੀਏ। ਸਤਿਗੁਰੂ ਸ਼੍ਰੀ ਰਾਮ ਸਿੰਘ ਜੀ, ਬੋਰਨ ਐਂਡ ਐਜੂਕੇਟਿਡ ਐਟ ਭੈਣੀ ਸਾਹਿਬ, ਪੰਜਾਬ, ਵਾਜ਼ ਨਾਟ ਅ ਸਾਇਲੈਂਟ ਸਪੈਕਟੇਟਰ। ਸਪੈਕਟੇਟਰ ਹੁੰਦਾ ਬੱਚਿਓ ਦੇਖਣ ਵਾਲਾ। ਜਿੱਦਾਂ ਅਸੀਂ ਕੋਈ ਥੀਏਟਰ 'ਤੇ ਵੀ ਜਾਂਦੇ ਹਾਂ, ਕੋਈ ਪ੍ਰੋਗਰਾਮ ਦੇਖਦੇ ਹਾਂ, ਅਤੇ ਅਸੀਂ ਕਹਿੰਦੇ ਸਪੈਕਟੇਟਰਸ। ਠੀਕ ਹੈ, ਜਿਹੜੇ ਸੁਣਨ ਵਾਲੇ ਹੁੰਦੇ ਨੇ ਉਹਨੂੰ ਕਹਿੰਦੇ ਆਡੀਅנס। ਸਪੈਕਟੇਟਰ ਹੁੰਦੇ ਨੇ ਜੋ ਕੋਈ ਡਰਾਮਾ ਤਮਾਸ਼ਾ ਦੇਖ ਰਹੇ ਨੇ। ਸੋ ਸਾਇਲੈਂਟ ਹੁੰਦਾ ਚੁੱਪ ਕਰਕੇ, ਚੁੱਪਚਾਪ। ਤੇ ਸਾਇਲੈਂਟ ਸਪੈਕਟੇਟਰ ਦਾ ਮਤਲਬ ਕੀ ਹੋ ਗਿਆ, ਕਿ ਚੁੱਪਚਾਪ ਤਮਾਸ਼ਾ ਦੇਖਣਾ, ਤਮਾਸ਼ਾ ਦੇਖਣ ਵਾਲਾ। ਸੋ ਜਿਹੜਾ ਰਾਮ ਸਿੰਘ ਸੀ, ਰਾਮ ਸਿੰਘ, ਜਿਨ੍ਹਾਂ ਦਾ ਜਨਮ ਅਤੇ ਪੜ੍ਹਾਈ ਭੈਣੀ ਸਾਹਿਬ ਪੰਜਾਬ ਵਿਖੇ ਹੋਈ ਸੀ, ਉਹ ਚੁੱਪ ਰਹਿਣ ਵਾਲਾ ਤਮਾਸ਼ ਵੀ ਨਹੀਂ ਸੀ। ਮਤਲਬ ਉਹ ਚੁੱਪਚਾਪ ਰਹਿ ਕੇ ਇਹ ਸਭ ਹੁੰਦਾ ਦੇਖ ਕੇ ਚੁੱਪ ਰਹਿਣ ਵਾਲਾ ਨਹੀਂ ਸੀ। ਠੀਕ ਹੈ, ਉਹਨੇ ਫਿਰ ਕੀ ਕੀਤਾ, ਹੀ ਆਰਗੇਨਾਈਜ਼ਡ ਨੇ ਜਥੇਬੰਦ ਕੀਤਾ ਅ ਗਰੁੱਪ ਆਫ ਹਿਸ ਫਾਲੋਅਰਸ। ਆਪਣੇ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ, ਉਹਨੇ ਆਪਣੇ ਸਾਥੀਆਂ ਨੂੰ ਜਥੇਬੰਦ ਕੀਤਾ। ਹੀ ਫਾਰਮਡ ਅ ਪਾਰਟੀ ਨੋਨ ਐਜ਼ ਸੰਤ ਖਾਲਸਾ। ਉਹਨੇ ਸੰਤ ਖਾਲਸਾ ਨਾਮ ਦੀ ਇੱਕ ਪਾਰਟੀ ਬਣਾਈ। ਦਿਸ ਸੈਕਟ,
ਇਹ ਜਿਹੜਾ ਗੁੱਟ ਸੀ ਉਹਦਾ ਸੈਕਟ ਗਰੁੱਪ ਸੀਗਾ ਲੇਟਰ ਮਗਰੋਂ ਡਿਵੈਲਪਡ ਵਿਕਸਿਤ ਹੋਇਆ ਇਨਟੂ ਦੀ ਗ੍ਰੇਟ ਮਹਾਨ ਹਿਸਟੋਰਿਕ ਇਤਿਹਾਸਕ ਕੂਕਾ ਮੂਵਮੈਂਟ ਆਫ ਦੀ ਨਾਮਧਾਰੀ ਸਿੱਖਸ। ਇਹ ਗੁੱਟ ਮਗਰੋਂ ਇਤਿਹਾਸਕ ਕੂਕਾ ਲਹਿਰ ਦੇ ਰੂਪ ਵਿੱਚ ਵਿਕਸਿਤ ਹੋਇਆ। ਮਤਲਬ ਗਰੁੱਪ ਤੇ ਛੋਟਾ ਬਣਿਆ, ਬਾਅਦ ਚੋਂ ਵੱਧਦਾ ਵੱਧਦਾ ਉਹ ਇਤਿਹਾਸ ਵਿੱਚ ਉਹਦਾ ਨਾਂ ਆ ਗਿਆ ਤੇ ਉਹਦਾ ਬਣ ਗਿਆ ਨਾਂ ਕੂਕਾ ਲਹਿਰ। ਠੀਕ ਹੈ, ਆਓਗੇ ਚਲਿਏ। ਇਨ 1872 1872 ਵਿੱਚ ਦੀ ਕੂਕਾ ਸਿੱਖਸ ਅਟੈਕਟ, ਜਿਹੜੇ ਕੂਕੇ ਸੀਗੇ ਉਹਲੇ ਉਹ ਗਰੁੱਪ ਸੀਗਾ, ਉਹ ਗਰੁੱਪ ਦਾ ਬੰਦੇ ਜਿਹੜੇ ਸੀਗੇ ਸਿੱਖ ਸੀਗੇ, ਉਹਨਾਂ ਨੇ ਅਟੈਕ ਮੈਨੇ ਹਮਲਾ ਕਰਨਾ, ਅਟੈਕਡ ਹਮਲਾ ਕੀਤਾ ਕਿੱਥੇ? ਮਲੇਰਕੋਟਲਾ ਤੇ, ਮਲੇਰਕੋਟਲੇ ਹਮਲਾ ਕੀਤਾ। ਵੇਅਰ, ਜਿੱਥੇ ਮਿਸਟਰ ਕੋਵਨ ਵਾਜ਼ ਦੀ ਬ੍ਰਿਟਿਸ਼ ਆਫਿਸਰ, ਉੱਥੇ ਮਲੇਰਕੋਟਲੇ ਅਟੈਕ ਕੀਤਾ ਜਿੱਥੇ ਮਿਸਟਰ ਕੋਵਨ ਜੋ ਕਿ ਬ੍ਰਿਟਿਸ਼ ਅਫਸਰ ਸੀ ਇੰਚਾਰਜ ਆਫ ਦਾ ਟਾਊਨ, ਉਹ ਉਸ ਸ਼ਹਿਰ ਦਾ ਮਲੇਰਕੋਟਲੇ ਦਾ ਸਰਬਰਾਹ ਸੀ। ਸਰਬਰਾਹ ਕਹਿ ਲਓ, ਮੈਨੇਜਰ ਕਹਿ ਲਓ, ਉਹਦਾ ਜ਼ਿੰਮੇਵਾਰ ਸੱਜਣ ਕਹਿ ਲਓ, ਉਹਦਾ ਮਤਲਬ ਕਿ ਕਹਿ ਲਓ ਜਿਹਦਾ ਅੱਜ ਕੱਲ੍ਹ DC ਹੁੰਦਾ ਹੈ ਨਾ, ਉਸ ਤਰ੍ਹਾਂ ਸੀ। ਸੋ ਮਿਸਟਰ ਕੋਵਨ ਜਿਹੜਾ ਇਸ ਮਲੇਰਕੋਟਲੇ ਸ਼ਹਿਰ ਦਾ ਜੋ ਸਰਬਰਾਹ ਸੀ, ਇੰਚਾਰਜ ਸੀ, ਮੈਨੇਜਰ ਸੀ, ਉਹ ਤੇ ਕੂਕਾ ਸਿੱਖਾਂ ਨੇ 1872 ਵਿੱਚ ਹਮਲਾ ਕੀਤਾ। ਆਫਟਰ ਦੀ ਅਟੈਕ ਔਨ ਮਲੇਰਕੋਟਲਾ ਤੇ ਅਟੈਕ ਮਗਰੋਂ 66 ਕੂਕਾ ਜਿਹੜੇ ਸਿੱਖ ਸੀਗੇ, ਉਹ ਵਾਲੇ ਗਰੁੱਪ ਦੇ ਜਿਹੜੇ ਮੈਂਬਰ ਸੀਗੇ, ਸਰੈਂਡਰਡ ਮੈਨੇ ਆਪਣਾ ਆਪ ਉਹਨਾਂ ਨੇ ਹਵਾਲੇ ਕਰ ਦਿੱਤਾ, ਮਤਲਬ ਕਿ ਉਹ ਭੱਜੇ ਨਹੀਂ ਅਟੈਕ ਕਰਕੇ। ਸਰੈਂਡਰ ਮੈਨੇ ਹੁੰਦਾ ਮਤਲਬ ਹਥਿਆਰ ਸੁੱਟ ਦੇਣੇ ਜਾਂ ਆਪਣੇ ਆਪ ਨੂੰ ਹਵਾਲੇ ਕਰ ਦੇਣਾ ਕਾਨੂੰਨ ਦੇ। ਸੋ ਸਰੈਂਡਰਡ ਮੈਨੇ ਕਰ ਦਿੱਤਾ, ਹਵਾਲੇ ਕਰ ਦਿੱਤਾ। ਦੈਮਸੈਲਸ ਮੈਨੇ ਆਪਣੇ ਆਪ ਨੂੰ 66 ਕੂਕਿਆਂ ਨੇ ਹਵਾਲੇ ਕਰ ਦਿੱਤਾ। ਠੀਕ ਹੈ। ਕੋਵਨ ਵਾਜ਼ ਅ ਵੈਰੀ ਕਰੂਅਲ ਮੈਨੇ ਹੁੰਦਾ ਹੈ ਜ਼ਾਲਮ, ਹਾਰਟਲੈਸ ਮੈਨੇ ਹਾਰਟ ਮੈਨੇ ਦਿਲ, ਹਾਰਟਲੈਸ ਜਿਹ 'ਚ ਦਿਲ ਨਾ ਹੋਵੇ ਅਰਥਾਤ ਪੱਥਰ ਦਿਲ ਆਫਿਸਰ। ਕੋਵਨ ਜਿਹੜਾ ਸੀ ਉਹ ਬੜਾ ਜ਼ਾਲਮ ਅਤੇ ਪੱਥਰ ਦਿਲ ਅਫਸਰ ਸੀ, ਮਤਲਬ ਨਿਰਦਈ। ਹਾਰਟਲੈਸ ਦਾ ਜਿਹੜਾ ਇਹ ਮੁਹਾਵਰਾ ਹੈ ਉਹਦਾ, ਹਾਰਟਲੈਸ ਅਸੀਂ ਕਹਿੰਦੇ ਇਹ 'ਚ ਦਿਲ ਨਹੀਂ ਹੈਗਾ, ਵੀ ਇਹ 'ਚ ਦਇਆ ਭਾਵਨਾ ਕੋਈ ਤਰਸ ਨਹੀਂ ਹੈਗਾ, ਇੱਦਾਂ ਅਸੀਂ ਕਹਿ ਦਿੰਦੇ ਆਮ ਬੰਦੇ ਨੂੰ। ਤੇ ਇਹਦਾ ਮਤਲਬ ਕੀ ਹੁੰਦਾ ਕਿ ਉਹ ਬੰਦਾ ਨਿਰਦਈ ਹੈਗਾ। ਸੋ ਹਾਰਟਲੈਸ ਦਾ ਜਿਹੜਾ ਦੂਜਾ ਸ਼ਬਦ ਤੁਸੀਂ ਜੇ ਲਿਖਣਾ ਚਾਹੋ ਪੱਥਰ ਦੀ ਦਿਲ ਦੀ ਜਗ੍ਹਾ ਲਿਖ ਸਕਦੇ ਹੋ, ਨਿਰਦਈ ਵੀ ਲਿਖ ਸਕਦੇ ਹੋ, ਨਿਰਦਈ। ਕਰੂਅਲ ਦਾ ਮਤਲਬ ਜ਼ਾਲਮ ਅਤੇ ਨਿਰਦਈ ਅਫਸਰ ਸੀ। ਹੀ ਆਰਡਰਡ, ਉਹਨੇ ਹੁਕਮ ਕੀਤਾ, ਦੈਟ ਕਿ ਆਲ ਦੀਜ਼ ਕੂਕਾ ਸਿੱਖਸ, ਕਿ ਜਿੰਨੇ ਵੀ ਕੂਕੇ ਨੇ ਬੀ ਬਲੋਨ ਆਫ, ਉਡਾ ਦਿੱਤੇ ਜਾਣ। ਕਿੱਦਾਂ? ਵਿਦ ਦੀ ਹੈਲਪ ਆਫ ਕੈਨਨ, ਤੋਪ ਦੇ ਗੋਲਿਆਂ ਨਾਲ ਬੰਨ ਕੇ ਇਹਨਾਂ ਨੂੰ ਉਡਾ ਦਿੱਤਾ ਜਾਵੇ। ਉਹਨੇ ਹੁਕਮ ਕੀਤਾ ਕਿ ਤੋਪ ਨਾਲ ਸਾਰਿਆਂ ਨੂੰ ਉਡਾ ਦੇਣ ਦਾ ਹੁਕਮ ਦਿੱਤਾ। ਠੀਕ ਹੈ, ਆਓਗੇ ਚਲੀਏ। ਦੀ ਕੂਕਾ ਸਿੱਖਸ ਬਰੇਵਲੀ ਫੇਸਡ, ਬਰੇਵਲੀ ਮੈਨੇ ਬਹਾਦੁਰੀ ਨਾਲ, ਫੇਸਡ ਮੈਨੇ ਟਾਕਰਾ ਕੀਤਾ, ਸਾਹਮਣਾ ਕੀਤਾ, ਮੁਕਾਬਲਾ ਕੀਤਾ। ਕਿਹੜਾ? ਦੀ ਕੈਨਨ ਫਾਇਰ, ਤੋਪ ਦੇ ਗੋਲਿਆਂ ਦਾ। ਕਿੱਥੇ? ਔਨ ਦੇਅਰ ਚੈਸਟਸ, ਆਪਣੀ ਛਾਤੀਆਂ ਤੇ। ਸੋ ਕੂਕੇ ਸਿੱਖਾਂ ਨੇ ਬਹਾਦੁਰੀ ਨਾਲ ਤੋਪ ਦੇ ਗੋਲੇ ਆਪਣੀ ਛਾਤੀਆਂ ਤੇ ਸਹਾਰੇ, ਜਾਂ ਆਪਣੀ ਛਾਤੀਆਂ ਤੇ ਤੋਪ ਦੇ ਗੋਲਿਆਂ ਦਾ ਮੁਕਾਬਲਾ ਕੀਤਾ। ਠੀਕ ਹੈ, ਉਹਨੂੰ ਸਹਾਰਿਆ, ਘਬਰਾਏ ਨਹੀਂ, ਡਰੇ ਨਹੀਂ। ਠੀਕ ਹੈ, ਡਾਵਾਡੋਲ ਨਹੀਂ ਹੋਏ। ਦੇ ਸੈਕਰੀਫਾਈਸਡ ਦੇਅਰ ਲਾਈਵਸ, ਇਹ ਬੱਚੋ ਕਿੱਦਾਂ ਹੋਇਆ? ਇਹ ਸਭ ਕਮਾਲ ਸੀ ਗੁਰਬਾਣੀ ਦਾ। ਇਸ ਤੋਂ ਪਹਿਲੇ ਵੀ ਦੇਖੋ, ਇਹ ਤੇ ਹੁਣ ਕੂਕਿਆਂ ਦੀ ਗੱਲ ਹੈ ਨਾ। ਤੁਸੀਂ ਦੇਖੋ ਭਾਈ ਤਾਰੂ ਸਿੰਘ ਜੀ ਨੇ ਖੋਪੜੀ ਲਵਾ ਲਈ, ਫਿਰ ਭਾਈ ਸ਼ਾਹਬਾਜ਼ ਸਿੰਘ ਤੇ ਉਹਨਾਂ ਦੇ ਪਿਤਾ ਜੀ ਭਾਈ ਸੁਬੇਗ ਸਿੰਘ, ਉਹਨਾਂ ਨੂੰ ਚਰਖੜੀਆਂ ਤੇ ਚਾੜ ਦਿੱਤਾ ਗਿਆ। ਭਾਈ ਮਣੀ ਸਿੰਘ ਜੀ ਦੇ ਬੰਦ ਕੱਟੇ ਗਏ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦੇ ਪੁੱਤਰ ਜੋ ਸੀ ਉਹਨੂੰ ਚੀਰ ਕੇ ਉਹਦਾ ਕਲੇਜਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਠੀਕ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ। ਸੋ ਇਹ ਜਿਹੜੀ ਚੀਜ਼ਾਂ ਸੀ, ਇਹ ਮਤਲਬ ਕਿ ਕਹਿੰਦੇ ਕਿੰਨੀਆਂ ਮਾਵਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਬੱਚਿਆਂ ਦੇ ਟੋਟੇ ਕਰ ਕਰਕੇ ਗਲੇ 'ਚ ਹਾਰ ਪਾ ਦਿੱਤੇ ਗਏ। ਸੋ ਇਹ ਜਿਹੜੇ ਸਿੱਖ ਸੀਗੇ, ਇਹ ਜਿਹੜੇ ਆਪਣੇ ਪੁਰਾਣੇ ਸਿੱਖ ਸੀਗੇ 18ਵੀਂ ਸਦੀ ਦੇ, ਜਦੋਂ ਉਹਨਾਂ ਨੇ ਅਸੀਂ ਕਹਿੰਦੇ ਬੰਦ ਕਟਾਏ, ਖੋਪੜੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਇਹ ਸਾਰੀ ਪ੍ਰੇਰਨਾ ਹੈ ਸਾਡੇ ਲਈ। ਔਰ ਇਹ ਪ੍ਰੇਰਨਾ ਅੱਜ ਵੀ ਕਾਇਮ ਹੈਗੀ ਹੈ। ਅੱਜ ਵੀ ਦੇਖੋ ਸਿੱਖ ਭਾਵੇਂ ਭਾਰਤ ਦਾ ਬਾਰਡਰ ਹੋਵੇ, ਕੋਈ ਜਗ੍ਹਾ ਹੋਵੇ, ਸੇਵਾ ਹੋਵੇ ਚਾਹੇ ਲੜਨ ਲਈ ਹੋਵੇ, ਹਮੇਸ਼ਾ ਮੋਹਰੇ ਹੁੰਦੇ ਨੇ। ਪਰ ਇਹਦੇ ਪਿੱਛੇ ਜੋ ਖੁਰਾਕ ਹੈ, ਜੋ ਟੌਨਿਕ ਹੈ ਇਹੋ ਜਿਹੀ ਜ਼ਿੰਦਗੀ ਦਾ, ਸੇਵਾ ਦਾ ਅਤੇ ਕੁਰਬਾਨੀ ਦਾ, ਉਹ ਕੀ ਹੈਗਾ? ਉਹ ਹੈ ਗੁਰਬਾਣੀ। ਇਹ ਸਾਰੇ ਸਿੱਖ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਸੀ, ਬਾਣੀ ਪੜ੍ਹਦੇ ਸੀਗੇ। ਕਿ ਗੁਰਬਾਣੀ ਕਹਿੰਦੀ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਜੇ ਬੰਦੇ ਦਾ ਮਨ ਨਹੀਂ ਡੋਲਦਾ ਤੇ ਬੰਦੇ ਦਾ ਤਨ ਵੀ ਨਹੀਂ ਡੋਲਦਾ।
ਤੇ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਤੇ ਜਿਹਨੂੰ ਇਹ ਵਿਸ਼ਵਾਸ ਹੁੰਦਾ ਕਿ ਮੇਰਾ ਮਾਲਿਕ ਬੜਾ ਤਗੜਾ ਹੈ, ਉਹਨੂੰ ਹੋਰ ਕੋਈ ਚੀਜ਼ ਡਰਾ ਨਹੀਂ ਸਕਦੀ, ਹੈ ਨਾ। ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ। ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਜਿਹੜੇ ਧਰਮੀ ਬੰਦੇ ਨੇ ਉਹ ਕਦੀ ਨਹੀਂ ਡਰਦੇ, ਡਰਦੇ ਤੇ ਉਹ ਨੇ ਜਿਹੜੇ ਪਾਪ ਕਰਦੇ ਨੇ। ਸੋ ਇਹ ਜਿਹੜੀਆਂ ਗੱਲਾਂ ਗੁਰਬਾਣੀ ਦੀਆਂ ਨੇ, ਜਦੋਂ ਸਿੱਖ ਪੜ੍ਹਦੇ ਨੇ ਤਾਂ ਉਹਨਾਂ ਨੂੰ ਇੱਕ ਤਾਕਤ ਮਿਲਦੀ ਹੈ। ਇਸੇ ਕਰਕੇ ਤੇ ਜਿਹੜੇ ਦੁਸ਼ਮਣ ਸੀ ਹਮੇਸ਼ਾ ਉਹ ਚਾਹੁੰਦੇ ਸੀ ਵੀ ਜਿਹੜੇ ਗੁਰਦੁਆਰੇ ਇਹਨਾਂ ਨੂੰ ਢਾਹ ਦਿੱਤਾ ਜਾਵੇ ਤੇ ਸਿੱਖ ਬਾਣੀ ਨਾ ਪੜ੍ਹਨ, ਲੋਕੀ ਬਾਣੀ ਨਾ ਪੜ੍ਹਨ। ਅੱਜ ਵੀ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਹਿੰਦੁਸਤਾਨ ਦਾ ਭਲਾ ਹੋਵੇ ਤੇ ਸਾਰੇ ਲੋਕਾਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ। ਜੇ ਗੁਰਬਾਣੀ ਪੜ੍ਹਾਂਗੇ, ਆਤਮਾ ਸਟਰੋਂਗ ਹੋਏਗੀ, ਫਿਰ ਇਹ ਭ੍ਰਿਸ਼ਟਾਚਾਰ ਵੀ ਖਤਮ ਹੋ ਜਾਏਗਾ, ਨਸ਼ੇ ਵੀ ਖਤਮ ਹੋ ਜਾਣਗੇ। ਕਿਉਂਕਿ ਇਹ ਭ੍ਰਿਸ਼ਟਾਚਾਰ ਤੇ ਨਸ਼ੇ ਅਸਲ ਵਿੱਚ ਬੱਚਿਓ ਇਹ ਮਨ ਦੇ ਰੋਗ ਨੇ, ਮਨ ਦੇ ਰੋਗ। ਬੰਦਾ ਲਾਲਚ ਕਰਕੇ ਭ੍ਰਿਸ਼ਟਾਚਾਰੀ ਬਣਦਾ, ਮਨ ਦੀ ਕਮਜ਼ੋਰੀ ਕਰਕੇ ਬੰਦਾ ਨਸ਼ੇ ਕਰਦਾ। ਬਾਣੀ ਪੜ੍ਹਨ ਦੇ ਨਾਲ ਮਨ ਮਜ਼ਬੂਤ ਹੋ ਜਾਂਦਾ, ਮਨ ਵਿੱਚ ਸੰਤੋਖ ਆ ਜਾਂਦਾ, ਫਿਰ ਬੰਦਾ ਭ੍ਰਿਸ਼ਟਾਚਾਰ ਵੀ ਬੰਦ ਕਰ ਦਿੰਦਾ, ਨਸ਼ੇ ਵੀ ਬੰਦ ਕਰ ਦਿੰਦਾ। ਇਹ ਗੁਰਬਾਣੀ ਦੀ ਕਰਾਮਾਤ ਹੈ। ਸੋ ਇਹ ਜਿਹੜੀ ਹੈ ਇਹਨਾਂ ਦੀ ਇਹ ਗੱਲ ਸੀ ਜੋ ਗੁਰੂ ਸਾਹਿਬ ਨੇ ਕਿਹਾ ਸੀ, ਜੋ ਉਪਜਿਓ ਸੋ ਬਿਨਸ ਹੈ ਪਰੋਵਾਜ ਕੇ ਕਾਲ। ਵੀ ਸਰੀਰ ਤੇ ਨਾਸ਼ ਹੋ ਹੀ ਜਾਣਾ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਮਰਨਾ ਤੇ ਹੈਗਾ ਹੀ ਹੈ। ਤੇ ਕਿਉਂ ਨਾ ਅਣਖ ਦੇ ਨਾਲ ਜੀਏ ਤੇ ਅਣਖ ਨਾਲ ਮਰੀਏ। ਸੋ ਇਹ ਜਿਹੜਾ ਸਬਕ ਹੈ ਇਹ ਸਾਨੂੰ ਗੁਰੂਆਂ ਤੋਂ, ਭਗਤਾਂ ਤੋਂ, ਬਾਣੀ ਤੋਂ ਮਿਲਦਾ ਹੈ। ਸੋ ਇਹ ਜਿਹੜੀ ਕਹਾਣੀ ਹੈ 1875 1857 72 ਦੀ, ਇਹ ਕੋਈ ਛੋਟੀ ਮੋਟੀ ਕਹਾਣੀ ਨਹੀਂ। ਇਹ ਕਹਾਣੀ ਦਾ ਜਿਹੜਾ ਪਿੱਛੇ ਜਿਹੜਾ ਇਹਦੀ ਜੜ੍ਹ ਹੈਗੀ ਹੈ ਉਹ ਗੁਰਸਿੱਖਾਂ ਦੀ ਕੁਰਬਾਨੀਆਂ ਨੇ। ਜਿਹੜਾ ਅਸੀਂ ਕਹਿੰਦੇ ਹਾਂ ਬੰਦ ਕਟਾਏ, ਖੋਪੜੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਹੈ ਨਾ, ਦੇਗਾਂ 'ਚ ਉਬਾਲੇ ਗਏ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ, ਡੋਲੇ ਨਹੀਂ। ਭਾਈ ਸਤੀ ਦਾਸ ਜੀ ਨੂੰ ਦੇਖੋ ਉਹ ਰੂੰ 'ਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ। ਛੋਟੇ ਸਾਹਿਬਜ਼ਾਦੇ ਨੂੰ ਪੋਹ ਮਾਘ ਦੇ ਮਹੀਨੇ 'ਚ ਠੰਡੇ ਬੁਰਜ ਵਿੱਚ ਰੱਖਿਆ ਗਿਆ ਤਸੀਹੇ ਦੇਣ ਲਈ। ਪਰ ਇਹ ਕਮਾਲ ਸੀ ਗੁਰਬਾਣੀ ਦਾ। ਸੋ ਇਹੀ ਜਿਹੜੀ ਹੈ ਇਹ ਗੁਰਬਾਣੀ ਦਾ ਕਮਾਲ ਹੈ, ਠੀਕ ਹੈ। ਸੋ ਦੇ ਸੈਕਰੀਫਾਈਸਡ ਦੇਅਰ ਲਾਈਵਸ ਫॉर ਦੀ ਸੇਕ ਆਫ ਫਰੀडम ਆਫ ਦੇਅਰ ਮਦਰਲੈਂਡ। ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ। ਫॉर ਦੀ ਸੇਕ ਆਫ ਹੁੰਦਾ ਹੈ, ਫॉर ਦੀ ਸੇਕ ਆਫ ਦਾ ਮਤਲਬ ਹੁੰਦਾ ਹੈ ਖਾਤਰ, ਉਹਦੀ ਖਾਤਰ। ਫॉर ਦੀ ਸੇਕ ਆਫ ਦਾ ਫਰੀडम, ਆਜ਼ਾਦੀ ਦੀ ਖਾਤਰ। ਕਿਹਦੀ ਆਜ਼ਾਦੀ ਦੀ ਖਾਤਰ? ਦੇਸ਼ ਦੀ ਆਜ਼ਾਦੀ ਦੀ ਖਾਤਰ। ਸੈਕਰੀਫਾਈਸ ਹੁੰਦਾ ਹੈ ਕੁਰਬਾਨ ਕਰ ਦੇਣਾ, ਸੈਕਰੀਫਾਈਸ ਕੁਰਬਾਨ ਕਰ ਦਿੱਤੀਆਂ। ਸੋ ਦੇਅਰ ਲਾਈਵਸ, ਆਪਣੀਆਂ ਜ਼ਿੰਦਗੀਆਂ। ਉਹਨਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ, ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ। ਵਨ ਨਾਮਧਾਰੀ ਸਿੱਖ, ਇੱਕ ਜਿਹੜਾ ਸਿੱਖ ਉਹਨਾਂ 'ਚੋਂ ਸੀਗਾ ਨੇਮਡ ਵਰਿਆਮ ਸਿੰਘ, ਉਹਦਾ ਨਾਮ ਵਰਿਆਮ ਸਿੰਘ ਸੀ। ਫਰੋਮ ਵਿਲੇਜ ਮਹਿਰਾਜ, ਉਹ ਪਿੰਡ ਮਹਿਰਾਜ ਦਾ ਸੀ, ਡਿਸਟ੍ਰਿਕਟ ਬਠਿੰਡਾ, ਜ਼ਿਲ੍ਹਾ ਬਠਿੰਡੇ ਦਾ ਸੀ। ਵਾਜ਼ ਟੂ ਸ਼ਾਰਟ ਇਨ ਸਟੇਚਰ ਹੁੰਦਾ ਕੱਦ ਕਾਠੀ, ਉਹਦੀ ਕੱਦ ਕਾਠੀ ਛੋਟੀ ਸੀ। ਕਿੰਨੀ ਛੋਟੀ ਸੀ? ਟੂ ਰੀਚ ਦੀ ਲੈਵਲ ਆਫ ਦੀ ਕੈਨਨਸ ਮਾਊਥ। ਉਹ ਇੰਨਾ ਛੋਟਾ ਸੀ ਕਿ ਉਹਦਾ ਜਿਹੜਾ ਸਿਰ ਸੀ, ਉਹਦਾ ਜਿਹੜਾ ਮੂੰਹ ਸੀ, ਉਹ ਤੋਪ ਦੇ ਗੋਲੇ ਤੱਕ ਨਹੀਂ ਪਹੁੰਚ ਰਿਹਾ ਸੀ। ਮਤਲਬ ਕਿ ਤੋਪ ਦੇ ਮੂੰਹ ਤੱਕ ਪੁੱਜਣ ਲਈ ਉਹਦਾ ਕੱਦ ਕਾਠ ਛੋਟਾ ਸੀ। ਟੂ ਸ਼ਾਰਟ ਟੂ ਰੀਚ ਵੀ ਇੰਨਾ ਛੋਟਾ ਸੀ ਕਿ ਪਹੁੰਚ ਨਹੀਂ ਸਕਦਾ ਸੀ, ਤਾਂ ਕਿਹਾ ਜਾਂਦਾ ਟੂ ਸ਼ਾਰਟ ਟੂ ਰੀਚ, ਵੀ ਇੰਨਾ ਛੋਟਾ ਕਿ ਪਹੁੰਚ ਨਹੀਂ ਸਕਦਾ ਸੀ। ਕਿੱਥੇ ਨਹੀਂ ਪਹੁੰਚ ਸਕਦਾ ਸੀ? ਲੈਵਲ ਆਫ ਦੀ ਕੈਨਨਸ ਮਾਊਥ। ਜਿਹੜਾ ਤੋਪ ਦਾ ਜੋ ਮੂੰਹ ਹੈ, ਜਿਹ 'ਚੋਂ ਗੋਲਾ ਨਿਕਲਦਾ, ਉੱਥੇ ਤੱਕ ਉਹਦਾ ਮੂੰਹ ਨਹੀਂ ਪਹੁੰਚ ਰਿਹਾ ਸੀਗਾ। ਉਹਦਾ ਕੱਦ ਕਾਠ ਛੋਟਾ ਸੀ। ਤੇ ਉਹਨੇ ਕੀ ਕੀਤਾ? ਉਹਨੇ ਇਹ ਨਹੀਂ ਕਿਹਾ ਲੈ ਵੀ ਚੰਗਾ ਹੋਇਆ ਮੇਰਾ ਬਚਾਅ ਹੋ ਜਾਏਗਾ, ਤੋਪ ਉੱਚੀ ਹੈ ਤੇ ਮੈਂ ਨੀਵਾਂ ਹੈਗਾ। ਕਹਿੰਦਾ ਨਹੀਂ, ਹੀ ਵਾਜ਼ ਸੋ ਬਰੇਵ, ਉਹ ਇੰਨਾ ਦਲੇਰ ਸੀ। ਦੈਟ ਕਿ ਹੀ ਕਲੈਕਟਿਡ, ਉਹਨੇ ਇਕੱਠੇ ਕੀਤੇ ਸਮ ਪੈਬਲਸ, ਕੁਛ ਰੋੜੇ। ਉਹ ਇੰਨਾ ਦਲੇਰ ਸੀ ਕਿ ਉਹਨੇ ਕੁਝ ਰੋੜੇ ਇਕੱਠੇ ਕੀਤੇ। ਅਤੇ ਸਟੁੱਡ ਅਪੋਨ ਦੈਮ, ਅਤੇ ਉਹਨਾਂ 'ਤੇ ਖੜਾ ਹੋ ਗਿਆ। ਐਂਡ ਦੈਨ ਚੈਲੰਜ ਮੈਨੇ ਫਿਰ ਵੰਗਾਰਨਾ। ਚੈਲੰਜ ਹੁੰਦਾ ਹੈ ਵੰਗਾਰ, ਟੂ ਚੈਲੰਜ ਵੰਗਾਰ ਦੇਣੀ, ਤੇ ਚੈਲੰਜ ਮੈਨੇ ਵੰਗਾਰ ਦਿੱਤੀ। ਕਹਿੰਦੇ ਆ ਜਾਓ। ਦਾ ਬ੍ਰਿਟਿਸ਼ ਅਫਸਰ ਨੂੰ ਚੈਲੰਜ ਕੀਤਾ। ਇਹ ਦੇਖੋ ਦਲੇਰੀ ਸੀ। ਇਹ ਗੱਲ ਸਾਨੂੰ ਸਿਖਾਈ ਹੈ ਗੁਰੂ ਸਾਹਿਬ ਨੇ, ਰਾਣਾ ਰੰਕ ਬਰਾਬਰੀ, ਵੀ ਇਸ ਜਗਤ ਵਿੱਚ ਅਕਾਲ ਪੁਰਖ ਨੇ ਸਾਰਿਆਂ ਨੂੰ ਬਰਾਬਰ ਬਣਾਇਆ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਕੋਈ ਮੰਤਰੀ, ਕੋਈ MLA, ਕੋਈ ਪ੍ਰਾਈਮ ਮਿਨਿਸਟਰ, ਕੋਈ ਵੱਡਾ ਛੋਟਾ ਨਹੀਂ ਹੁੰਦਾ, ਸਾਰੇ ਬਰਾਬਰ ਨੇ। ਇਹ ਗੱਲ ਇਹ ਡੈਮੋਕ੍ਰੇਸੀ ਵਿੱਚ ਨਹੀਂ ਹੈਗੀ, ਅਤੇ ਸਿੱਖੀ 'ਚ ਹੈਗੀ ਹੈ। ਇਹ ਗੱਲ ਸਾਨੂੰ ਗੁਰੂ ਸਾਹਿਬ ਨੇ ਸਿਖਾਈ ਹੈ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਵੀ ਜਿਹੜੇ ਭਗਤ ਨੇ ਗੁਣਾਂ ਨੂੰ ਨਿਭਾਉਣਾ। ਬੰਦੇ ਦੇ ਰੁਤਬੇ ਨੂੰ ਦੇਖ ਕੇ ਸੀਸ ਨਹੀਂ ਝੁਕਾਉਣਾ। ਬੰਦੇ ਦਾ ਟਾਈਟਲ, ਬੰਦੇ ਦਾ ਅਹੁਦਾ ਦੇਖ ਕੇ ਵੀ ਇਹ DC ਹੈਗਾ, ਇਹ ਕੋਈ ਡਾਕਟਰ ਹੈਗਾ, ਕੋਈ ਵਕੀਲ ਹੈਗਾ, ਕੋਈ ਮੰਤਰੀ ਹੈ, MLA ਨਹੀਂ।
ਉਹਦੇ ਕਰਕੇ ਉਹਦੇ ਅੱਗੇ ਉਹਨੂੰ ਹੱਥ ਨਹੀਂ ਜੋੜਨੇ। ਉਹ ਬੰਦੇ 'ਚ ਕਿੰਨੀ ਨਿਮਰਤਾ ਹੈਗੀ ਹੈ, ਉਹ ਬੰਦਾ ਕਿੰਨਾ ਵੱਡਾ ਭਗਤ ਹੈ, ਕਿੰਨੀ ਸੇਵਾ ਕਰਦਾ ਹੈ, ਉਹ ਗੁਣਾਂ ਨੂੰ ਨਹੀਂ ਹੋਣਾ। ਇਹ ਗੁਰੂ ਸਾਹਿਬ ਨੇ ਗੱਲ ਸਾਨੂੰ ਸਿਖਾਈ ਸੀਗੀ ਵੀ ਕਿਸੇ ਦਾ ਟਾਈਟਲ ਦੇਖ ਕੇ, ਕਿਸੇ ਦਾ ਮੋਰੇ ਫਲਾਨਾ ਲੱਗਾ ਹੈ, ਫਲਾਨਾ ਲੱਗਾ ਕਿ ਇਹ ਫਲਾਨਾ ਸੋ ਐਂਡ ਸੋ ਚੇਅਰਮੈਨ ਲੱਗਾ, ਇਹ ਤੋਂ ਘਬਰਾਉਣਾ ਨਹੀਂ ਕਦੀ ਵੀ। ਮਤਲਬ ਕਿ ਸਾਰੇ ਮਨੁੱਖ ਬਰਾਬਰ ਨੇ। ਇਹ ਸਬਕ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਹੈ ਅਤੇ ਉਹਦੇ ਵਿੱਚ ਇਹ ਸਾਰੇ ਰੰਗੇ ਹੋਏ ਸੀਗੇ। ਸੋ ਉਹਨਾਂ ਨੇ ਦੇ ਚੈਲੰਜ ਦਾ ਬ੍ਰਿਟਿਸ਼ ਆਫਿਸਰ ਟੂ ਫਾਇਰ, ਕਹਿੰਦਾ ਚੱਲ ਚਲਾ ਵੀ ਗੋਲਾ ਹੁਣ। ਮੈਂ ਵੀ ਤੋਪ ਦਾ ਮੂੰਹ ਤੇ ਬੜਾ ਉੱਚਾ ਸੀ, ਹੁਣ ਮੈਂ ਪੱਥਰ ਇਕੱਠੇ ਕਰਕੇ, ਰੋੜੇ ਇਕੱਠੇ ਕਰਕੇ ਉੱਤੇ ਖੜਾ ਹੋ ਗਿਆ ਅਤੇ ਮੇਰਾ ਜਿਹੜਾ ਸਿਰ ਹੈ ਹੁਣ ਤੋਪ ਦੇ ਇਹ ਮੂੰਹ ਦੇ ਮੂਹਰੇ ਆ ਗਿਆ ਅਤੇ ਹੁਣ ਤੂੰ ਚਲਾ ਗੋਲਾ। ਹੀ ਚੈਲੰਜ ਦਾ ਬ੍ਰਿਟਿਸ਼ ਆਫਿਸਰ ਟੂ ਫਾਇਰ ਵੀ, ਅਤੇ ਫਿਰ ਬ੍ਰਿਟਿਸ਼ ਅਫਸਰ ਨੂੰ ਗੋਲਾ ਚਲਾਉਣ ਲਈ ਵੰਗਾਰਿਆ। ਅਨਦਰ ਬॉय ਬਿਸ਼ਨ ਸਿੰਘ, ਇੱਕ ਹੋਰ ਮੁੰਡਾ ਸੀਗਾ ਬਿਸ਼ਨ ਸਿੰਘ ਜਿਹਦਾ ਨਾਂ ਸੀ, ਫਰੋਮ ਵਿਲੇਜ ਰਾੜ, ਉਹ ਰਾੜ ਪਿੰਡ ਦਾ ਸੀਗਾ, ਡਿਸਟ੍ਰਿਕਟ ਮਾਨਸਾ ਜ਼ਿਲ੍ਹੇ ਦਾ ਸੀ, ਅਤੇ ਕਿੰਨੇ ਸਾਲ ਦਾ ਸੀ? ਵਾਸ 12 years old, ਉਹ ਸਿਰਫ 12 ਸਾਲ ਦਾ ਸੀ। ਹੀ ਵਾਸ ਕੱਟ ਟੂ ਪੀਸਿਸ, ਉਹਦੇ ਟੋਟੇ ਕਰ ਦਿੱਤੇ ਗਏ, ਉਹਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰ ਦਿੱਤੇ ਗਏ, ਉਹਦੇ ਟੋਟੇ ਕਰ ਦਿੱਤੇ ਗਏ, ਜਿਵੇਂ ਬੰਦਾ ਸਿੰਘ ਬਹਾਦਰ ਦੇ ਬੇਟੇ ਦੇ ਟੋਟੇ ਕੀਤੇ ਗਏ ਸੀਗੇ। ਉਹਦਾ ਕਾਲਜਾ ਕੱਢ ਕੇ ਉਹ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਸੀਗਾ। ਇਹ ਤਾਂ 12 ਸਾਲ ਦਾ ਸੀ। ਅਜੇਪਾਲ ਜਿਹੜਾ ਸੀ ਉਹ ਤਾਂ ਬਹੁਤ ਹੀ ਛੋਟਾ ਸੀਗਾ ਹਾਲੇ, ਠੀਕ ਹੈ, ਮੈਨੂੰ ਐਗਜ਼ੈਕਟ ਉਮਰ ਨਹੀਂ ਯਾਦ, ਮੇਰੇ ਖਿਆਲ ਉਹ ਤਾਂ 4-5 ਸਾਲ ਦਾ ਹੀ ਸੀ ਸਿਰਫ। ਸੋ ਇਹ ਜਿਹੜੇ ਸਾਡੇ ਜਿਹੜੇ ਹੈਗੇ ਨੇ ਪੁਰਾਣੇ ਜਿਹੜੇ ਗੁਰਸਿੱਖ ਹੋਏ ਨੇ, ਇਹ ਸਾਡੇ ਕੀ ਨੇ? ਇਹ ਪ੍ਰੇਰਨਾ ਸਰੋਤ ਨੇ, ਇਹ ਸਾਡੇ ਲਈ ਚਾਨਣ ਮੁਨਾਰਾ ਨੇ ਅਤੇ ਹਮੇਸ਼ਾ ਬਣੇ ਰਹਿਣਗੇ। ਬਿਕੋਜ਼ ਕਿਉਂਕਿ ਹੀ ਕਾਟ ਹੋਲਡ ਆਫ ਦਾ ਬੀਅਰਡ ਦੀ ਦਾੜੀ, ਉਹਨੇ ਕਿਹਦੀ ਦਾੜੀ ਨੂੰ ਹੱਥ ਪਾਇਆ ਸੀ? ਉਹਦਾ ਬ੍ਰਿਟਿਸ਼ ਅਫਸਰ ਮਿਸਟਰ ਕੋਵਨ, ਉਹਨੇ ਬ੍ਰਿਟਿਸ਼ ਅਫਸਰ ਮਿਸਟਰ ਕੋਵਨ ਦੀ ਦਾੜੀ ਨੂੰ ਹੱਥ ਪਾ ਲਿਆ ਸੀਗਾ, ਅਤੇ ਉਹਦੇ ਵਾਸਤੇ ਬੜੀ ਬੇਇੱਜ਼ਤੀ ਵਾਲੀ ਗੱਲ ਸੀ। ਉਹਦੇ ਵਾਸਤੇ ਉਹਨੂੰ ਮਤਲਬ ਕਿ ਲੱਗਾ ਕਿ ਮੇਰੀ ਬੜੀ ਹੱਤਕ ਹੋਈ ਹੈ, ਅਤੇ ਉਹਨੇ ਕੀ ਹੁਕਮ ਕੀਤਾ ਵੀ ਇਹ ਮੁੰਡੇ ਨੂੰ ਜੋ 12 ਸਾਲ ਦਾ ਸੀਗਾ ਉਹਨੂੰ ਵੱਢ ਕੇ ਉਹਦੇ ਟੋਟੇ ਕਰ ਦਿੱਤੇ ਜਾਣ। ਅੱਗੇ ਚਲੀਏ। ਸਚ ਵਾਜ਼ ਦੀ ਗ੍ਰੇਟ ਸਪਿਰਿਟ ਆਫ ਦੀਜ਼ ਫਾਈਟਰਸ ਮਨੇ ਫਾਈਟ ਮਨੇ ਲੜਨਾ, ਫਾਈਟਰ ਮਨੇ ਲੜਨ ਵਾਲੇ, ਘੁਲਾਟੀਏ, ਫਰੀडम फाइटर। ਕਹਿੰਦੇ ਇਹਨਾਂ ਘੁਲਾਟੀਆਂ ਦਾ, ਫਾਈਟਰਸ ਸਪਿਰਿਟ ਹੁੰਦੇ ਜਜ਼ਬਾ, ਫॉर ਫਰੀडम, ਆਜ਼ਾਦੀ ਲਈ। ਇਹਨਾਂ ਘੁਲਾਟੀਆਂ ਦਾ ਆਜ਼ਾਦੀ ਲਈ ਐਸਾ ਮਹਾਨ ਜਜ਼ਬਾ ਸੀ। ਇਹ ਦੋ ਉਦਾਹਰਨ ਦਿੱਤੇ ਨੇ। 12 ਸਾਲ ਦੇ ਮੁੰਡੇ ਨੂੰ ਕਰਕੇ ਟੋਟੇ ਕਰ ਦਿੱਤੇ ਗਏ, ਘਬਰਾਇਆ ਨਹੀਂ, ਅਤੇ ਜਿਹੜਾ ਉਹ ਸੀਗਾ ਵਰਿਆਮ ਸਿੰਘ, ਉਹ ਛੋਟੇ ਕੱਦ ਸੀ, ਉਹ ਰੋੜੇ ਇਕੱਠੇ ਕਰਕੇ ਉੱਤੇ ਖੜਾ ਹੋ ਗਿਆ, ਕਹਿੰਦੇ ਚਲਾਓ ਗੋਲਾ ਹੁਣ। ਇਹ ਉਹਨਾਂ 'ਚ ਜਜ਼ਬਾ ਸੀ। ਹਾਊ ਕੈਨ ਦੇਅਰ ਮੈਮਰੀ ਐਵਰ ਡਾਈ, ਉਹਨਾਂ ਦੀ ਯਾਦ ਕਿਵੇਂ ਮਰ ਸਕਦੀ ਹੈ। ਦੀ ਇੰਟਾਇਰ ਨੇਸ਼ਨ ਮੈਨੇ ਦਾ ਦੇਸ਼, ਇੰਟਾਇਰ ਮੈਨੇ ਸਾਰਾ, ਸੋ ਇੰਟਾਇਰ ਨੇਸ਼ਨ ਨੇ ਸਾਰਾ ਦੇਸ਼, ਵਿਲ ਭਵਿੱਖ ਦੀ ਗੱਲ ਹੈਗੀ ਹੈ, ਆਲਵੇਜ਼ ਹਮੇਸ਼ਾ, ਬੀ ਪ੍ਰਾਊਡ ਆਫ ਦੈਮ, ਉਹਨਾਂ ਦਾ ਮਾਣ ਕਰਦਾ ਰਹੇਗਾ, ਉਹਨਾਂ 'ਤੇ ਮਾਣ ਕਰੇਗਾ। ਸਾਰੇ ਦੇਸ਼ ਨੂੰ ਉਹਨਾਂ 'ਤੇ ਸਦਾ ਮਾਣ ਰਹੇਗਾ। ਵੀ ਬੋ ਮੈਨੇ ਝੁਕਣਾ, ਸਿਰ ਮੜੀ ਝੁਕਣਾ, ਬੋ ਓਵਰ ਹੈਡਸ, ਸਿਰ ਨੂੰ ਝੁਕਾਉਂਦੇ ਹਾਂ, ਟੂ ਦੀਜ਼ ਗ੍ਰੇਟ ਮਾਰਟਿਰਸ, ਇਹ ਮਹਾਨ ਸ਼ਹੀਦਾਂ ਲਈ, ਮਾਰਟਿਰਸ ਹੁੰਦੇ ਸ਼ਹੀਦ, ਅਸੀਂ ਇਹਨਾਂ ਮਹਾਨ ਸ਼ਹੀਦਾਂ ਨੂੰ ਸੀਸ ਨਿਵਾਉਂਦੇ ਹਾਂ, ਠੀਕ ਹੈ। ਹੂ laid down their lives in courage and glory, courage ਹੁੰਦੀ ਹੈ ਬੱਚਿਓ ਹਿੰਮਤ, ਗਲੋਰੀ ਹੁੰਦੀ ਹੈ ਸ਼ਾਨ। ਅਸੀਂ ਇਹਨਾਂ ਮਹਾਨ ਸ਼ਹੀਦਾਂ ਦੇ ਅੱਗੇ ਆਪਣਾ ਸੀਸ ਨਿਵਾਉਂਦੇ ਹਾਂ। ਹੂ ਜਿਨ੍ਹਾਂ ਨੇ, ਲੇ ਡਾਊਨ ਮੈਨੇ ਹੁੰਦਾ ਬੱਚਿਓ ਮਤਲਬ ਕਿ ਦੇ ਦੇਣੀ ਚੀਜ਼, ਮਤਲਬ ਭੁੰਜੇ ਰੱਖ ਦੇਣੀ ਵੀ ਲੈ ਜਾਓ, ਮਤਲਬ ਕੁਰਬਾਨ ਕਰ ਦਿੱਤੀਆਂ, ਵਾਰ ਦਿੱਤੀਆਂ। ਲੇ ਡਾਊਨ ਦੇਅਰ ਲਾਈਵਸ ਮੈਨੇ ਆਪਣੀ ਜਾਨ ਵਾਰ ਦਿੱਤੀ, ਲਾਈਫ ਮੈਨੇ ਜਾਨ ਵਾਰ ਦਿੱਤੀ, ਲਾਈਵਸ ਮੈਨੇ ਜਾਨਾਂ। laid down their lives in courage and glory, ਜਿਨ੍ਹਾਂ ਨੇ ਹਿੰਮਤ ਅਤੇ ਸ਼ਾਨ ਨਾਲ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸੋ ਇਹ ਸੀ ਪਿਆਰੇ ਬੱਚਿਓ ਤੁਹਾਡਾ ਸਬਕ, ਗਲਿਮਸ ਫਰੋਮ ਦੀ ਹਿਸਟਰੀ। ਸੋ ਮੈਂ ਆਸ ਕਰਦਾ ਕਿ ਇਸ ਵੀਡੀਓ ਰਾਹੀਂ ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝ ਲਿਆ ਹੋਵੇਗਾ। ਇਹਦੇ ਵਿੱਚ ਜਿਹੜੇ ਕੋਈ ਸ਼ਬਦ ਜੋੜ ਜਾਂ ਸ਼ਬਦ ਆਏ ਨੇ ਔਖੇ, ਉਹਨਾਂ ਦੇ ਅਰਥ ਵੀ ਚੰਗੀ ਤਰ੍ਹਾਂ ਸਮਝ ਲਏ ਹੋਣਗੇ। ਫਰੀडम ਆਜ਼ਾਦੀ, ਇੰਡੀਪੈਂਡੈਂਸ ਆਜ਼ਾਦੀ, ਕਰਜ ਮੈਨੇ ਦਲੇਰੀ, ਹੈ ਨਾ, ਬਰੇਵ ਮੈਨੇ ਬਹਾਦੁਰ, ਬਰੇਵਰੀ ਮੈਨੇ ਬਹਾਦੁਰੀ, ਕਰਜ ਮੈਨੇ ਗਲੋਰੀ ਮੈਨੇ ਸ਼ਾਨ, ਕਿੰਨੇ ਸਾਰੇ ਵਰਡ ਹੈਗੇ ਨੇ, ਮਾਰਟਰੀ ਮੈਨੇ ਸ਼ਹੀਦ। ਸੋ ਇਹ ਸਾਰੇ ਬੱਚਿਓ, ਇਹ ਦੇਖੋ ਕਿੰਨੇ ਸਾਰੇ ਸ਼ਬਦ ਤੁਹਾਨੂੰ ਸਿੱਖਣ ਨੂੰ ਮਿਲੇ ਨੇ। ਬੀ ਪ੍ਰਾਊਡ ਆਫ ਹੁਣ ਮੈਨੇ ਮਾਣ, ਕਿਸੇ 'ਤੇ ਮਾਣ ਕਰਨਾ। ਜਿੱਦਾਂ ਮੈਂ ਕਹਾਂ ਆਈ ਐਮ ਪ੍ਰਾਊਡ ਆਫ ਮਾਈ ਫਾਦਰ, ਮੈਨੂੰ ਆਪਣੇ ਪਿਤਾ ਜੀ 'ਤੇ ਮਾਣ ਹੈ। ਆਈ ਐਮ ਪ੍ਰਾਊਡ ਆਫ ਮਾਈ ਗੁਰੂ, ਮੈਨੂੰ ਆਪਣੇ ਗੁਰੂ 'ਤੇ
ਮਾਣ ਹੈ। ਆਈ ਐਮ ਪ੍ਰਾਊਡ ਟੂ ਬੀ ਅ ਸਿੱਖ, ਮੈਨੂੰ ਸਿੱਖ ਹੋਣ 'ਤੇ ਮਾਣ। ਸੋ ਇੱਦਾਂ ਇਹ ਵਰਡ ਜਿਹੜੇ ਨੇ ਅੰਗਰੇਜ਼ੀ ਦੇ, ਜਿੱਦਾਂ ਤੁਸੀਂ ਇੱਦਾਂ ਅਸੀਂ ਵਰਤ ਸਕਦੇ ਹਾਂ, ਠੀਕ ਹੈ। ਹੁਣ ਜਿੱਦਾਂ ਕਹਿ ਦੇਅਰ ਮੈਮਰੀ ਵਿਲ ਨੈਵਰ ਡਾਈ, ਹੈ ਨਾ, ਉਹਨਾਂ ਦੀ ਯਾਦ ਕਦੀ ਵੀ ਮਰੇਗੀ ਨਹੀਂ, ਅਰਥਾਤ ਉਹਨਾਂ ਦੀ ਯਾਦ ਸਾਡੀ ਸੁਰਤ ਵਿੱਚ, ਸਾਡੇ ਦਿਮਾਗ ਵਿੱਚ ਹਮੇਸ਼ਾ ਬਣੀ ਰਹੇਗੀ। ਸੋ ਇਸ ਤਰ੍ਹਾਂ ਬੱਚਿਓ ਤੁਸੀਂ ਜਿਹੜੀ ਬੋਲੀ ਹੈ, ਮੈਂ ਨਾਲ ਨਾਲ ਪੰਜਾਬੀ 'ਚ ਤਾਂ ਹੀ ਕਰਕੇ ਲਿਖਦਾ, ਤੁਸੀਂ ਪੈਰਲਲ ਕਰੀ ਜਾਓ। ਜੇ ਤੁਸੀਂ ਇਹ ਹੁਣ 5ਵੀਂ 'ਚ ਕਰ ਰਹੇ ਹੋ, ਜੇ ਤੁਸੀਂ ਨਿਰੰਤਰ ਇਸ ਤਰ੍ਹਾਂ ਪੜ੍ਹਾਈ ਕਰਦੇ ਰਹੋਗੇ 6ਵੀਂ ਦੀ 7ਵੀਂ ਦੀ, ਤੁਸੀਂ ਦੇਖੋਗੇ 8ਵੀਂ 9ਵੀਂ ਤੱਕ ਪਹੁੰਚਦੇ ਤੁਹਾਡੀ ਇੰਗਲਿਸ਼ ਦੀ ਪਕੜ ਜਿਹੜੀ ਹੈ ਬਹੁਤ ਵਧੀਆ ਹੋ ਜਾਏਗੀ। ਅਤੇ ਕੋਈ ਵੀ ਪੜ੍ਹਾਈ ਕਰਨੀ ਕੋਈ ਇੰਨੀ ਔਖੀ ਨਹੀਂ ਹੁੰਦੀ। ਬਸ ਉਹ 'ਚ ਇੱਕੋ ਗੱਲ ਰੱਖਣੀ ਹੁੰਦੀ ਕਿ ਅਸੀਂ ਇਮਾਨਦਾਰੀ ਦੇ ਨਾਲ, ਨਿਰੰਤਰ ਅਨੁਸ਼ਾਸਨ ਦੇ ਨਾਲ ਪੜ੍ਹਦੇ ਰਹੀਏ ਅਤੇ ਆਪਣਾ ਪੜ੍ਹਾਈ ਵਿੱਚ ਵੱਧ ਤੋਂ ਵੱਧ ਸਮਾਂ ਲਾਈਏ। ਗੱਪਾਂ, ਟੈਲੀਵਿਜ਼ਨ ਅਤੇ ਹੋਰ ਜਿਹੜੇ ਫਾਲਤੂ ਦੇ ਕੰਮ ਨੇ, ਵੀਡੀਓ ਗੇਮਾਂ, ਫੋਨ 'ਤੇ ਖੇਡਾਂ ਖੁੱਡਾਂ, ਇਹਨਾਂ ਤੋਂ ਰੁਚੀ ਹਟਾ ਕੇ ਆਪਣਾ ਧਿਆਨ ਇਸ ਪਾਸੇ ਲਾਈਏ। ਜੇ ਅਸੀਂ ਮਨ ਮਾਰ ਕੇ 20-25 ਦਿਨ ਮਨ ਮਾਰ ਕੇ ਅਗਰ ਅਸੀਂ ਪੜ੍ਹਦੇ ਰਹੀਏ ਤਾਂ ਸਾਡੀ ਰੁਚੀ ਬਣਨੀ ਸ਼ੁਰੂ ਹੋ ਜਾਏਗੀ। ਫਿਰ ਸਾਡਾ ਸੁਭਾਅ ਬਣ ਜਾਏਗਾ। ਫਿਰ ਸਾਡਾ ਧਿਆਨ ਗੇਮਾਂ ਵੱਲ, ਵੀਡੀਓ ਗੇਮਾਂ ਵੱਲ, TV ਵੱਲ ਤੋਂ ਹਟ ਕੇ ਆਪਣੇ ਆਪ ਸਾਡਾ ਧਿਆਨ ਪੜ੍ਹਾਈ ਵਿੱਚ ਲੱਗਣਾ ਸ਼ੁਰੂ ਹੋ ਜਾਏਗਾ। ਇਹ ਮੇਰਾ ਆਪਣਾ ਤਜਰਬਾ ਹੈ। ਮੈਂ ਵੀ ਇਸ ਤਰ੍ਹਾਂ ਹੀ ਕੀਤਾ ਸੀ ਛੋਟੇ ਹੁੰਦੇ, ਅਤੇ ਮੈਨੂੰ ਇਹ ਚੀਜ਼ ਰਾਸ ਆਈ ਹੈ, ਇਸ ਕਰਕੇ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ। ਸੋ ਤੁਸੀਂ ਪਿਆਰੇ ਵਿਦਿਆਰਥੀਓ ਦਾ ਡਟ ਕੇ ਆਪਣਾ ਅਨੁਸ਼ਾਸਨ ਦੇ ਨਾਲ ਨਿਰੰਤਰ ਪੜ੍ਹਾਈ ਕਰਦੇ ਰਹੋ। ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।